बिस्मिल्लाहिर्रहमानिर्रहीम। अस्सलामु अलैकुम व रहमतुल्लाहि व बरकातहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह ਤੁਸੀਂ ਸਾਰੇ ठीक ठाक ਹੋਵੋਗੇ। ਅੱਲਾਹ ਤਾਲਾ ਸਭ ਤੇ ਰਹਿਮਤ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ ਈਮਾਨ ਦੇ ਵਿੱਚ ਰੱਖੇ। ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਇੱਕ ਪਾਕਪਤਨ ਦੇ ਵਿੱਚ ਇੱਕ ਇਲਾਕਾ ਹੈ ਮਲਕਾ ਹਾਨਸ, ਪਾਕਪਤਨ ਤੋਂ 18 ਕਿਲੋਮੀਟਰ ਦੂਰ ਹੈ ਤੇ ਉਹਦੇ ਵਿੱਚ ਇੱਕ ਵਾਕਿਆ ਪੇਸ਼ ਆਇਆ ਕਿ ਇੱਕ ਲੜਕਾ ਸਿਆਲਕੋਟ ਤੋਂ ਨਿਕਲਦਾ 10 ਅਗਸਤ ਨੂੰ ਸਵੇਰ 8:30 ਵਜੇ ਜਿਸ ਵੇਲੇ ਆਪਣੇ ਘਰ ਪਹੁੰਚਦਾ ਆ ਕੇ ਤੇ ਆਪਣੇ ਵਾਲਿਦ ਦਾ ਦਰਵਾਜ਼ਾ ਖੋਲਦਾ ਕਮਰੇ ਦਾ, ਜਿਸ ਵੇਲੇ ਵੇਖਦਾ ਕਿ ਵਾਲਿਦ ਜਿਹੜਾ ਉਹ ਵਿਚਾਰਾ ਖੂਨ ਦੇ ਵਿੱਚ ਲੱਤ-ਪੱਤ ਪਿਆ ਹੁੰਦਾ, ਉਹਦੀ ਗਰਦਨ ਕੱਟੀ ਹੁੰਦੀ ਆ ਔਰ ਧੜ ਇੱਕ ਸਾਈਡ ਤੇ ਪਈ ਹੁੰਦੀ ਆ ਤੇ ਦੇਖ ਕੇ ਬੱਚਾ ਬਹੁਤ ਪਰੇਸ਼ਾਨ ਹੋ ਜਾਂਦਾ। ਫੌਰੀ ਤੌਰ ਤੇ 15 ਤੇ ਕਾਲ ਕਰਦਾ, ਪੁਲਿਸ ਨੂੰ ਬੁਲਾਉਂਦਾ, ਪੁਲਿਸ ਆਉਂਦੀ ਆ ਔਰ ਵਾਕਿਏ ਨੂੰ ਵੇਖਦੀ ਆ, ਸਾਰੇ ਜਾਂਚ ਪੜਤਾਲ ਕਰਦੀ ਆ ਔਰ ਮੌਕੇ ਤੇ ਜਿਹੜੇ ਵੀ ਸਬੂਤ ਹੁੰਦੇ ਨੇ ਉਹਨਾਂ ਨੂੰ ਇਕੱਠੇ ਕਰਦੀ ਆ ਤੇ ਵੇਖਦੀ ਆ ਕਿ ਉਸ ਚਾਰਪਾਈ ਦੇ ਥੱਲੇ ਇੱਕ ਪਰਸ ਪਿਆ ਹੁੰਦਾ। ਪੁਲਿਸ ਜਿਹੜੀ ਉਸ ਚਾਰਪਾਈ ਦੇ ਥੱਲੇ ਜਿਹੜਾ ਪਰਸ ਪਿਆ ਹੁੰਦਾ ਉਹਨੂੰ ਚੁੱਕਦੀ ਹੈ, ਚੁੱਕ ਕੇ ਉਸ ਲੜਕੇ ਨੂੰ ਕਹਿੰਦੀ ਆ ਕਿ ਇਹ ਪਰਸ ਤੇਰੇ ਅੱਬੂ ਦਾ ਆ। ਉਹ ਕਹਿਣ ਲੱਗਾ ਕਿ ਨਹੀਂ, ਮੇਰਾ ਅੱਬੂ ਇਹ ਪਰਸ ਇਸਤੇਮਾਲ ਹੀ ਨਹੀਂ ਕਰਦਾ, ਇਸ ਤਰ੍ਹਾਂ ਦਾ ਨਾ ਉਹਦਾ ਹੈਗਾ। ਪੁਲਿਸ ਜਿਸ ਵੇਲੇ ਉਸ ਪਰਸ ਨੂੰ ਖੋਲ ਕੇ ਦੇਖਦੀ, ਉਸ ਪਰਸ ਦੇ ਵਿੱਚ ਨਾ ਕੋਈ ਪੈਸਾ ਹੁੰਦਾ, ਨਾ ਕੁਛ ਹੁੰਦਾ, ਕੋਈ ਸ਼ੈ ਨਹੀਂ ਹੁੰਦੀ ਸਿਵਾਏ ਇੱਕ ਕਾਗਜ਼ ਤੋਂ। ਉਸ ਕਾਗਜ਼ ਦੇ ਉੱਤੇ ਇਫਤਖਾਰ ਦਾ ਨਾਮ ਲਿਖਿਆ ਹੁੰਦਾ ਔਰ ਉਹਦਾ ਫੋਨ ਨੰਬਰ ਲਿਖਿਆ ਹੁੰਦਾ। ਪੁਲਿਸ ਨੂੰ ਸਿਰਫ ਇੱਕ ਕੜੀ ਬੁਲਾਉਣ ਵਾਸਤੇ ਇੱਕ ਨੁਕਤਾ ਚਾਹੀਦਾ ਹੁੰਦਾ। ਪੁਲਿਸ ਨੂੰ ਮਿਲ ਗਿਆ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਇਫਤਖਾਰ ਤੱਕ ਪਹੁੰਚਦੀ ਆ। ਲੇਕਿਨ ਜਦ ਇਫਤਖਾਰ ਨੂੰ ਪੁੱਛਿਆ, ਇਫਤਖਾਰ ਨੇ ਦੱਸਿਆ ਕਿ ਮੈਂ ਇਹਦਾ ਕਾਤਲ ਨਹੀਂ ਤੇ ਉਹ ਗੁੱਥੀ ਜਿਹੜੀ ਸੁਲਝਣੀ ਸੀ ਉਹ ਜ਼ਿਆਦਾ ਉਲਝ ਗਈ। ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਇਹ ਵਾਕਿਆ ਜਿਹੜਾ ਪਾਕਪਤਨ ਦੇ ਇਲਾਕੇ ਦੇ ਵਿੱਚ ਮਲਕਾ ਹਾਨਸ ਥਾਣਾ ਦੀ ਹਦੂਦ ਦੇ ਵਿੱਚ ਵਾਕਿਆ ਪੇਸ਼ ਆਇਆ। ਇਸ ਵਾਕਿਏ ਨੂੰ ਜਾਂਚਣੇ ਵਾਸਤੇ, ਪਰਖਣੇ ਵਾਸਤੇ ਸਾਨੂੰ ਵੇਖਣਾ ਇਸ ਇਲਾਕੇ ਦੇ ਵਿੱਚ ਇੱਕ ਫੈਮਿਲੀ ਰਹਿੰਦੀ ਆ। ਉਸ ਫੈਮਿਲੀ ਦੇ ਸਰਬਰਾਹ ਦਾ ਨਾਮ ਸੀ ਅਲਤਾਫ। ਅਲਤਾਫ ਦੀ ਬੀਵੀ ਦਾ ਨਾਮ ਸੀ ਨੌਸ਼ੀਨ, ਨੌਸ਼ੀਨ ਨੂੰ ਕਹਿੰਦੇ ਸੀ। ਉਹਦੇ 3 ਬੱਚੇ ਸੀ। ਇਸੇ ਇਲਾਕੇ ਦੇ ਵਿੱਚ ਇਹਨਾਂ ਦੀ ਗਲੀ ਦੇ ਵਿੱਚ ਹੀ ਇੱਕ ਇਫਤਖਾਰ ਨਾਮੀ ਆਦਮੀ ਰਹਿੰਦਾ ਸੀ। ਉਹਦੀ ਦੁਕਾਨ ਸੀ ਤੇ ਇਫਤਖਾਰ ਜਿਹੜਾ ਸੀ ਦੁਕਾਨਦਾਰੀ ਕਰਦਾ ਸੀ ਤੇ ਇਹ ਜਿਹੜਾ ਅਲਤਾਫ ਸੀ ਬੜਾ ਸ਼ੱਕੀ ਮਿਜ਼ਾਜ ਬੰਦਾ ਸੀ, ਬਹੁਤ ਜ਼ਿਆਦਾ ਆਪਣੀ ਬੀਵੀ ਤੇ ਸ਼ੱਕ ਕਰਦਾ ਹੁੰਦਾ ਸੀ। ਇੱਥੋਂ ਤੱਕ ਕਿ ਅਲਤਾਫ ਨੇ ਆਪਣੀ ਬੀਵੀ ਨੂੰ ਘਰ ਦੇ ਵਿੱਚ ਮੋਬਾਈਲ ਵੀ ਨਹੀਂ ਰੱਖਣ ਦਿੱਤਾ। ਨਾ ਕੋਈ, ਇੱਕ ਤਾਂ ਹੁੰਦਾ ਨਾ ਟੱਚ ਬਟਨਾਂ ਵਾਲਾ ਵੀ ਮੋਬਾਈਲ ਨਹੀਂ ਉਹਨੂੰ ਰੱਖਣ ਦਿੱਤਾ ਹੈਗਾ। ਯਾਨੀ ਐਡਾ ਸ਼ੱਕੀ ਮਿਜ਼ਾਜ ਬੰਦਾ ਸੀ। ਇੱਕ ਦਿਨ ਕਰਨੀ ਐਸੀ ਅੱਲਾ ਦੀ ਹੋਈ, ਇਤਵਾਰ ਦਾ ਦਿਨ ਸੀ। ਇਹ ਡਿਊਟੀ ਤੇ ਜਾਣ ਲੱਗਾ ਜਿਸ ਵੇਲੇ ਤੇ ਇਹਨੂੰ ਪਰਸ ਨਹੀਂ ਮਿਲਦਾ, ਲੱਭਦਾ। ਇਹ ਕਹਿੰਦਾ ਨੌਸ਼ੀ ਮੇਰਾ ਪਰਸ ਕਿੱਥੇ ਆ? ਪਰਸ ਨਹੀਂ ਮਿਲ ਰਿਹਾ। ਨੌਸ਼ੀ ਕਹਿੰਦੀ ਇੱਥੇ ਹੀ ਅੱਗੇ ਪਿੱਛੇ ਹੋਣਾ। ਨੌਸ਼ੀ ਜਿਹੜੀ ਸੀ ਕਿਚਨ ਦੇ ਵਿੱਚ ਕੰਮ ਕਰ ਰਹੀ ਸੀ, ਖਾਣਾ ਉਹਦੇ ਵਾਸਤੇ ਤਿਆਰ ਕਰ ਰਹੀ ਸੀ, ਬੱਚੇ ਖੇਡਣ ਡਏ ਸੀ ਤੇ ਇਹ ਕਹਿੰਦਾ ਕਿ ਪਰਸ ਨਹੀਂ ਲੱਭਦਾ, ਮੈਨੂੰ ਦੱਸ ਕਿੱਥੇ ਆ। ਨੌਸ਼ੀ ਕਹਿੰਦੀ ਇੱਥੇ ਬੈੱਡ ਤੇ ਅੱਗੇ ਪਿੱਛੇ ਦੇਖ ਲੈ, ਇੱਥੇ ਹੀ ਹੋਣਾ ਕਿਤੇ। ਨੌਸ਼ੀ ਨੇ ਇਹ ਗੱਲ ਕਹਿ ਕੇ ਤੇ ਆਪ ਕਿਚਨ 'ਚ ਮਸਰੂਫ ਹੋ ਗਏ ਤੇ ਜਿਹੜਾ ਉਹਦਾ ਖਾਮਦ ਸੀ ਅਲਤਾਫ, ਉਹ ਬੈੱਡ ਨੂੰ ਵੇਖਣ ਲੱਗ ਪਿਆ, ਅੱਗੇ ਪਿੱਛੇ ਦੇਖ, ਥੱਲੇ ਕਿਤੇ ਪਰਸ ਨਾ ਮਿਲਿਆ। ਫਿਰ ਉਹਨੇ ਮੈਟਰਸ ਜਿਸ ਵੇਲੇ ਚੁੱਕਿਆ ਤਾਂ ਥੱਲੇ ਇੱਕ ਮੋਬਾਈਲ ਪਿਆ। ਮੋਬਾਈਲ ਨੂੰ ਉਹਨੇ ਚੁੱਕਿਆ ਤੇ ਚੁੱਕ ਕੇ ਦੇਖਿਆ ਮੋਬਾਈਲ ਜਿਹੜਾ ਸੀ ਪਾਵਰ ਆਫ ਸੀ। ਉਹਨੇ ਮੋਬਾਈਲ ਨੂੰ ਆਨ ਕੀਤਾ ਤੇ ਵੇਖਿਆ ਉਹਨੂੰ ਲਾਕ ਲੱਗਾ, ਕੋਡ ਲੱਗਾ। ਉਹਨੇ ਬੇਗਮ ਨੂੰ ਕਿਹਾ ਕਿ ਇਹ ਮੋਬਾਈਲ ਕਿਹਦਾ? ਇਹਨੂੰ ਕੋਡ ਲੱਗਾ। ਉਹਨੇ ਕਿਹਾ ਕਿ ਮੈਨੂੰ ਕੀ ਪਤਾ ਕੌਣ ਆ। ਉਹਦੀ ਬੇਗਮ ਜਿਹੜੀ ਆ ਮੰਨਦੀ ਨਹੀਂ ਹੈਗੀ। ਜਦੋਂ ਉਹਨੇ 4-5 ਉਹਨੂੰ ਛਿੱਤਰ ਮਾਰੇ, ਜਦੋਂ ਛਿੱਤਰ ਪੌਦਾ ਕੀਤਾ, ਉਹਦੀ ਬੇਗਮ ਜਿਹੜੀ ਹੈ ਨਾ ਫਰ ਬੋਲਣ ਲੱਗ ਪਈ। ਉਹ ਦੱਸਣ ਲੱਗ ਪਈ ਕਿ ਮੇਰਾ ਇਹ ਜਿਹੜਾ ਮੋਬਾਈਲ ਆ ਨਾ ਇਫਤਖਾਰ ਨੇ ਲੈ ਕੇ ਦਿੱਤਾ ਤੇ ਜਦੋਂ ਤੂੰ ਚਲੇ ਜਾਂਦਾ ਮੈਂ ਉਹਦੇ ਨਾਲ ਗੱਲਾਂ ਛੱਲਾਂ ਕਰਦੀ ਆ, ਮੈਨੂੰ ਉਹਦੇ ਨਾਲ ਕਾਫੀ ਸਕੂਨ ਮਿਲਦਾ। ਤੂੰ ਤਾਂ ਮੈਨੂੰ ਟਾਈਮ ਨਹੀਂ ਦੇਣਾ ਹੈਗਾ ਤੇ ਮੈਂ ਉਹਦੇ ਨਾਲ ਗੱਪਾਂ ਛਾਪਾਂ ਲਾ ਲੈਂਦੀ ਆ। ਤੇ ਉਹਨੂੰ ਬੜਾ ਗੁੱਸਾ ਚੜਿਆ। ਉਹਨੇ ਚੰਗੀ ਤੌਣੀ ਲਾਈ ਤੇ ਚੰਗਾ ਫੈਂਟਿਆ ਉਹਨੂੰ ਤੇ ਉਸ ਤੋਂ ਬਾਅਦ ਆਪ ਡਿਊਟੀ ਤੇ ਚਲ ਗਿਆ। ਬੇਗਮ ਸਾਹਿਬਾ ਪਿੱਛੋਂ ਨਿਕਲਦੀ ਆ, ਆਪਣੇ ਬੱਚਿਆਂ ਨੂੰ ਤੇ ਨਾਲ ਲੈਂਦੀ ਆ ਲੈ ਕੇ ਤੇ ਚੱਲ ਆਪਣੇ ਪੇਕਿਆਂ ਦੇ। ਜਾ ਕੇ ਪੇਕਿਆਂ ਦੇ ਬਹਿ ਜਾਂਦੀ ਆ ਤੇ ਇਹ ਡਿਊਟੀ ਤੇ ਚਲ ਜਾਂਦਾ। ਸ਼ਾਮ ਨੂੰ ਜਿਸ ਵੇਲੇ ਵਾਪਸ ਆਉਂਦਾ ਬੇਗਮ ਦੇਖਦਾ ਘਰ ਨਹੀਂ ਹੁੰਦੀ। ਆ ਕੇ ਤੇ ਦੇਖਦਾ, ਆਵਾਜ਼ਾਂ ਮਾਰਦਾ, ਬੱਚਿਆਂ ਨੂੰ ਮਾਰਦਾ, ਲੇਕਿਨ ਕੋਈ ਨਹੀਂ ਮਿਲਦਾ ਹੈਗਾ। ਉਸ ਤੋਂ ਬਾਅਦ ਇਹ ਆਪਣੇ ਸਾਲੇ ਨੂੰ ਫੋਨ ਕਰਦਾ। ਸਾਲਾ ਕਹਿੰਦਾ ਕਿ ਹਾਂਜੀ ਬਿਲਕੁਲ ਉਹ ਇੱਥੇ ਆਈ ਆ ਤੇ ਇਹ ਕਹਿੰਦਾ ਕਿ ਇਹਨੂੰ ਪੁੱਛਿਆ ਕਿਉਂ ਆਈ ਆ? ਉਹਨੇ ਕਿਹਾ ਹਾਂਜੀ ਮੈਂ ਪੁੱਛਿਆ ਕਿਉਂ ਆਈ ਆ ਕਿ ਤੂੰ ਇਹਨੂੰ ਮਾਰਿਆ। ਇਹ ਤੇ ਬਹੁਤ ਜ਼ਿਆਦਾ ਸ਼ੱਕ ਕਰਦਾ, ਇਸ ਵਜ੍ਹਾ ਨਾਲ ਇਹ ਇੱਥੇ ਆ ਗਈ ਆ।
ਉਸ ਤੋਂ ਬਾਅਦ ਇਹ ਜਿਹੜਾ ਨਾ ਕਹਿੰਦਾ ਕਿ ਚਲੋ ਠੀਕ ਆ, ਮੈਂ ਆਣਾ, ਮੈਂ ਆ ਕੇ ਤੈਨੂੰ ਦੱਸਦਾ ਸਾਰੀ ਗੱਲਬਾਤ। ਇਹਨੇ ਹੋਰ ਤੈਨੂੰ ਕੁਝ ਨਹੀਂ ਦੱਸਿਆ? ਉਹਨੇ ਕਿਹਾ ਮੈਨੂੰ ਕੁਝ ਨਹੀਂ ਦੱਸਿਆ। ਉਹਨੇ ਕਿਹਾ ਮੈਂ ਆ ਕੇ ਦੱਸਦਾ। ਇਹ ਗਿਆ, ਜਾ ਕੇ ਤੇ ਆਪਣੇ ਸਾਲੇ ਕੋਲ ਪਹੁੰਚਦਾ ਤੇ ਜਾ ਕੇ ਦੱਸਦਾ ਕਿ ਇਹ ਇਸ ਤਰ੍ਹਾਂ ਮੋਬਾਈਲ ਸੀ ਤੇ ਇਹਨੂੰ ਪੁੱਛ। ਇਫਤਖਾਰ ਨਾਮ ਦਾ ਇੱਕ ਬੰਦਾ ਤੇ ਉਹਦੇ ਨਾਲ ਗੱਪਸ਼ਪ ਲਾਉਂਦੀ ਆ, ਉਹਦੇ ਨਾਲ ਗੱਲਾਂ ਕਰਦੀ ਆ ਤੇ ਇਹਦੇ ਕੋਲੋਂ ਮੋਬਾਈਲ ਨਿਕਲਿਆ। ਉਹ ਅੱਗੋਂ ਕਹਿਣ ਲੱਗੀ ਨੁਸ਼ੀ ਕਿ ਇਹ ਬਿਲਕੁਲ ਝੂਠ ਕਹਿ ਰਿਹਾ, ਮੇਰੇ ਕੋਲ ਕੋਈ ਮੋਬਾਈਲ ਨਹੀਂ ਸੀ। ਯਾਨੀ ਉਹ ਸਾਫ਼ ਹੀ ਮੁੱਕਰ ਗਏ ਮੋਬਾਈਲ ਤੋਂ ਵੀ, ਹਰ ਸ਼ੈ ਤੋਂ ਵੀ। ਤੇ ਉਹ ਕਹਿੰਦੀ ਕਿ ਮੈਂ ਹੁਣ ਤੇਰੇ ਘਰ ਨਹੀਂ ਰਹਿਣਾ, ਮੈਂ ਤਲਾਕ ਲੈਣੀ ਆ ਤੇ ਤੂੰ ਬਹੁਤ ਸਖਤ ਬੰਦਾ ਆ ਤੇ ਮੇਰੇ ਉੱਤੇ ਪਾਬੰਦੀਆਂ ਬੜੀਆਂ ਲਾਉਂਦਾ ਸੀ। ਤੇ ਖੈਰ ਨੌਸ਼ੀ ਨੇ ਨਾ ਜੀ ਇਹ ਗੱਲ ਨਾ ਮੰਨੀ। ਉਹਦੀ ਮਾਂ ਕਹਿਣ ਲੱਗੀ ਇਫਤਖਾਰ ਨੂੰ, ਨੌਸ਼ੀ ਦੀ, ਕਿ ਪੁੱਤ ਤੂੰ ਹੁਣ ਚੱਲ ਜਾ, ਜ਼ਰਾ 2-4 ਦਿਨ ਠਹਿਰ ਜਾ, ਮਾਮਲਾ ਠੰਡਾ ਹੋ ਗਿਆ ਤੇ ਫਿਰ ਟੁੱਟ ਰਹੀਆ ਕਰ ਲਾਂਗੇ, ਇਹਦਾ ਜ਼ਰਾ ਦਿਲ ਠੰਡਾ ਹੋ ਜਾਂਦੇ। ਤੇ ਇਫਤਖਾਰ ਜਿਹੜਾ ਘਰ ਆ ਜਾਂਦਾ, ਆ ਕੇ ਬੜਾ ਪਰੇਸ਼ਾਨ ਹੁੰਦਾ, ਸੋਚਦਾ ਕਿ ਯਾਰ ਜੇ ਮੇਰੀ ਬੀਵੀ ਨੇ ਤਲਾਕ ਲੈ ਲਈ ਤੇ ਉਹ ਇਫਤਖਾਰ ਦੇ ਨਾਲ ਸ਼ਾਦੀ ਕਰਕੇ ਨਾ ਬਹਿ ਜਾਏ ਤੇ ਇਫਤਖਾਰ ਨੂੰ ਪਸੰਦ ਕਰਦੀ ਆ ਤੇ ਬੜਾ ਰੌਲਾ ਬਣ ਗਿਆ। ਉਹ ਬੜੀ ਟੈਨਸ਼ਨ ਦੇ ਵਿੱਚ ਹੋ ਗਿਆ ਕਿ ਬੱਚੇ ਵੀ ਰੁੱਲ ਜਾਣਗੇ। ਹੁਣ ਉਹ ਪਲਾਨ ਬਣਾਉਂਦਾ, ਸੋਚਦਾ ਕਿ ਯਾਰ ਮੈਂ ਆਪਣਾ ਘਰ ਕਿੱਦਾਂ ਵਸਾਵਾਂ। ਉਹ ਹੁਣ ਸੋਚਦਾ ਕਿ ਮੈਂ ਨਾ ਕੋਈ ਜੇ ਇਫਤਖਾਰ ਨੂੰ ਮਾਰਦਾ ਤਾਂ ਸਾਰੀ ਉਮਰ ਆਪ ਵੀ ਜੇਲ੍ਹ 'ਚ ਚਲ ਜਾਗਾ ਤੇ ਫਿਰ ਫਾਇਦਾ ਤਾਂ ਕੋਈ ਨਾ ਹੋਇਆ। ਕੋਈ ਇਹੋ ਜਿਹੀ ਪਲਾਨਿੰਗ ਬਣਾਵਾਂ ਕਿ ਮੇਰੀ ਬੀਵੀ ਵੀ ਵਾਪਸ ਆ ਜਾਏ, ਸਾਡੀ ਸੁਲ੍ਹਾ ਵੀ ਹੋ ਜਾਏ ਤੇ ਇਹ ਇਫਤਖਾਰ ਜਿਹੜਾ ਨਾ ਇਹ ਵੀ ਮਗਰੋਂ ਲੱਥ ਜਾਏ। ਹੁਣ ਇਹ ਪਲਾਨਿੰਗ ਬਣਾਉਂਦਾ ਕਿ ਮੈਂ ਬਜਾਏ ਇਫਤਖਾਰ ਨੂੰ ਕਤਲ ਕਰਨ ਦੇ ਕੋਈ ਹੋਰ ਐਸਾ ਬੰਦਾ ਫੜਾਂ, ਉਹਨੂੰ ਕਤਲ ਕਰਾਂ, ਉਹਦਾ ਮੁੱਦਾ ਜਿਹੜਾ ਨਾ ਇਫਤਖਾਰ ਦੇ ਉੱਤੇ ਪਾ ਦਿਆਂਗਾ, ਇਸ ਤਰ੍ਹਾਂ ਮੈਂ ਬਚ ਜਾਵਾਂਗਾ। ਉਸ ਤੋਂ ਬਾਅਦ ਆਪਣੀ ਬੀਵੀ ਵੀ ਲਿਆਵਾਂਗਾ, ਸੁਲ੍ਹਾ ਹੋ ਜਾਏਗੀ, ਅਸੀਂ ਦੋਨੋਂ ਤੇ ਰਹਿਣ ਲੱਪਾਂਗੇ। ਤੇ ਇਹਨੇ ਇਸੇ ਤਰ੍ਹਾਂ ਕੀਤਾ ਕਿ ਇਹਨੇ ਸਭ ਤੋਂ ਪਹਿਲਾਂ ਪਿੰਡ 'ਚ ਲੱਭਿਆ ਕਿ ਕਿਹੜੇ ਬੰਦੇ ਨੂੰ ਮੈਂ ਮਾਰਾਂ। ਤੇ ਇੱਕ ਬਾਬਾ ਸੀ 70 ਸਾਲ ਦਾ, ਇੱਕ ਬੈਠਕ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ। ਉਹਦਾ ਇੱਕ ਬੱਚਾ ਸੀ, ਉਹ ਸਿਆਲਕੋਟ ਦੇ ਵਿੱਚ ਨੌਕਰੀ ਕਰਦਾ ਸੀ। ਉਹ ਤੁਹਾਨੂੰ ਮੈਂ ਪਹਿਲਾਂ ਵਾਕਿਆ ਦੱਸਿਆ ਕਿ 8:30 ਵਜੇ 10 ਅਗਸਤ ਨੂੰ ਜਿਸ ਵੇਲੇ ਉਹ ਘਰ ਪਹੁੰਚਦਾ ਤੇ ਉਹ ਆਪਣੇ ਅੱਬੇ ਦੀ ਲਾਸ਼ ਜਾਂ ਸਾਰਾ ਕੁਝ ਕਮਰੇ ਦੇ ਦਾ ਫੋਨ ਡੁੱਲਿਆ ਤੇ 15 ਤੇ ਕਾਲ ਕਰਦਾ, ਪੁਲਿਸ ਆਈ, ਪੁਲਿਸ ਪੋਸਟਮਾਰਟਮ ਕਰਦੀ ਆ, ਲੈ ਜਾਂਦੀ ਲਾਸ਼ ਨੂੰ ਚੁੱਕ ਕੇ। ਉਹ ਪਰਸ ਦੇ ਜ਼ਰੀਏ ਫਿਰ ਪੁਲਿਸ ਜਿਹੜੀ ਆ ਨਾ ਹੁਣ ਇਫਤਖਾਰ ਨੂੰ ਫੋਨ ਕਰਦੀ ਆ ਔਰ ਉਹਦੀ ਲੋਕੇਸ਼ਨ ਭੇਜਦੀ ਆ। ਪੁਲਿਸ ਜਿਹੜੀ ਹੈ ਇਫਤਖਾਰ ਤੱਕ ਪਹੁੰਚ ਜਾਂਦੀ ਹੈ, ਇਫਤਖਾਰ ਨੂੰ ਫੜ ਲੈਂਦੀ ਆ। ਜਿਸ ਵੇਲੇ ਫੜ ਲੈਂਦੀ ਆ ਪੁਲਿਸ, ਇਫਤਖਾਰ ਵੱਲ ਤਫਤੀਸ਼ ਕਰਦੀ ਹੈ। ਇਫਤਖਾਰ ਜਿਹੜਾ ਉਹ ਦੱਸਦਾ ਕਿ ਮੇਰਾ ਇਸ ਕਤਲ ਦੇ ਨਾਲ ਕੋਈ ਤਲਕ ਨਹੀਂ, ਨਾ ਮੈਂ ਇਸ ਨੂੰ ਕਤਲ ਕੀਤਾ ਬਾਬੇ ਨੂੰ 70 ਸਾਲਾਂ ਨੂੰ। ਉਹ ਬਾਬਾ ਜਿਹੜਾ 70 ਸਾਲ ਦਾ ਸੀ, ਉਹ ਇੱਕ ਡੇਰੇ ਤੇ ਕੰਮ ਕਰਦਾ ਸੀ। ਜਿੱਥੇ ਕੰਮ ਕਰਦਾ ਸੀ ਉਹ ਮੀਆਂ ਅਬਦੁਲ ਗਫੂਰ ਸਾਹਿਬ ਦਾ ਡੇਰਾ ਸੀ, ਉਹਦੇ ਡੇਰੇ ਤੇ ਕੰਮ ਕਰਦਾ ਸੀ ਔਰ ਸ਼ਾਮ ਨੂੰ ਆ ਕੇ ਆਪਣੇ ਉਸ ਕੋਠੇ ਜਾਂ ਕਮਰੇ 'ਚ ਜਿਹੜਾ ਇੱਕ ਕਿਰਾਏ ਤੇ ਲਿਆ ਸੀ ਉੱਥੇ ਰਹਿੰਦਾ ਸੀ। ਤੇ ਫਿਰ ਪੁਲਿਸ ਜਿਹੜੀ ਆ ਨਾ ਇਫਤਖਾਰ ਨੂੰ ਕਹਿੰਦੀ ਆ ਕਿ ਅਗਰ ਤੂੰ ਨਹੀਂ ਕਤਲ ਕੀਤਾ ਤੇ ਤੇਰਾ ਨਾਂ ਲਿਖੇ ਆ, ਸਾਰਾ ਕੁਝ ਤੇਰਾ ਫੋਨ ਨੰਬਰ ਲਿਖੇ ਆ, ਤੇਰੀ ਕਿਸੇ ਦੇ ਨਾਲ ਦੁਸ਼ਮਣੀ ਹੋਵੇ। ਫਿਰ ਉਹ ਇਫਤਖਾਰ ਨੇ ਦੱਸਿਆ ਕਿ ਇਸ ਤਰ੍ਹਾਂ ਅਲਤਾਫ ਦੀ ਬੇਗਮ ਦੇ ਨਾਲ, ਨਸੀਨ ਦੇ ਨਾਲ ਮੇਰੇ ਤਲਕਾਤ ਸੀ ਤੇ ਇਸ ਤਰ੍ਹਾਂ ਹੋ ਸਕਦਾ ਕਿ ਇਹ ਅਲਤਾਫ ਨੇ ਕੋਈ ਗੇਮ ਪਾਈ ਹੋਵੇ। ਤੇ ਬਸ ਫਿਰ ਪੁਲਿਸ ਜਿਹੜੀ ਆ ਉਸ ਤੋਂ ਨਿਕਲਦੀ ਆ ਤੇ ਅਲਤਾਫ ਦੇ ਘਰ ਛਾਪਾ ਮਾਰਦੀ ਆ ਤੇ ਅਲਤਾਫ ਨੂੰ ਗ੍ਰਿਫਤਾਰ ਕਰ ਲੈਂਦੀ ਆ। ਇਸ ਤਰ੍ਹਾਂ ਪੁਲਿਸ ਜਿਹੜੀ ਆ ਅਲਤਾਫ ਤੱਕ ਪਹੁੰਚੀ ਔਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਕਤਲ ਦੇ ਕੇਸ ਵਿੱਚ। ਅਲਤਾਫ ਨੇ ਬੜੀ ਹੁਸ਼ਿਆਰੀ ਖੇਡੀ ਕਿ ਇਹ ਜਿਹੜਾ ਕਤਲ ਦਾ ਮਾਮਲਾ ਆ ਮੈਂ ਇਫਤਖਾਰ ਦੇ ਉੱਤੇ ਪਾ ਦਾਂਗਾ, ਉਸ ਤੋਂ ਬਾਅਦ ਮੇਰੀ ਬੀਵੀ ਆ ਜਾਏਗੀ ਘਰ, ਮੈਂ ਉਹਨੂੰ ਸਲਾਹ ਦੇ ਨਾਲ ਲੈ ਆਵਾਂਗਾ ਤੇ ਆਪਣਾ ਘਰ ਵਸਾਵਾਂਗਾ ਤੇ ਇਫਤਖਾਰ ਜਿਹੜਾ ਜਾਨ ਛੁੱਟ ਜੂਗੀ, ਸਾਰੀ ਉਮਰ ਅੰਦਰ ਰਹੇਗਾ। ਲੇਕਿਨ ਇਹ ਕੇਸ ਜਿਹੜਾ ਉਲਟ ਉਹਦੇ ਉੱਤੇ ਪੈ ਗਿਆ, ਕਿਉਂਕਿ ਜਦੋਂ ਮਾਰੇ ਹੀ ਉਹਨੇ ਸੀ ਤੇ ਉਹਦੇ ਉੱਤੇ ਪੈਣਾ ਸੀ ਨਾ। ਉਹ ਇੱਕ ਜੁਮਲਾ ਆ ਨਾ, ਜਿਵੇਂ ਕਹਿੰਦੇ ਨੇ ਜੈਸੀ ਕਰਨੀ ਵੈਸੀ ਭਰਨੀ। ਜਿਹੜਾ ਕਿਸੇ ਲਈ ਖੂਹ ਕੱਢਦਾ ਪਹਿਲਾਂ ਉਹ ਖੁਦ ਉਹਦੇ ਵਿੱਚ ਗਿਰਦਾ। ਤੇ ਇਹ ਇਫਤਖਾਰ ਨੂੰ ਫਸਾਉਣ ਦੇ ਚੱਕਰ ਸੀ ਤੇ ਕਹਿੰਦਾ ਸੀ ਮੈਂ ਘਰ ਵਸਾ ਲਾਂ ਤੇ ਲੇਕਿਨ ਇਹਨੇ ਵੀ ਗਲਤ ਕੀਤਾ ਨਾ। ਇਹਨੂੰ ਇਹ ਚਾਹੀਦਾ ਸੀ ਕਿ ਬਜਾਏ ਇਸ ਦੇ ਉਸ ਬਾਬੇ ਨੂੰ 70 ਸਾਲਾ ਜਿਹੜਾ ਵਿਚਾਰਾ ਨਜਾਇਜ਼ ਮਾਰਿਆ ਗਿਆ, ਉਹਦਾ ਕਸੂਰ ਵੀ ਕੀ ਸੀ, ਤੇ ਆਪਣੀ ਬੀਵੀ ਨੂੰ ਤਲਾਕ ਦੇ ਦਿੰਦਾ, ਸਾਈਡ ਤੇ ਹੋ ਜਾਂਦਾ, ਆਪਣਾ ਹੋਰ ਵਿਆਹ ਕਰਾ ਲੈਂਦਾ, ਆਪ ਵੀ ਹਾਏ ਤੋਂ ਬਚਦਾ। ਹੁਣ ਕੀ ਆ, ਪੁਲਿਸ ਨੂੰ ਪਕੜ ਕੇ ਲੈ ਗਈ ਆ ਅਲਤਾਫ ਨੂੰ। ਹੁਣ ਉਹਦੇ ਉੱਤੇ ਕੇਸ ਚੱਲੇਗਾ, 302 ਦਾ ਮੁਕੱਦਮਾ ਆ ਤੇ ਲੰਬਾ ਚੱਲੇਗਾ ਮੁਕੱਦਮਾ। ਹੁਣ ਆਪ ਸਾਰੀ ਉਮਰ ਜੇਲ੍ਹ ਦੇ ਧੱਕੇ ਖਾਏਗਾ, ਐਂਡ ਪਤਾ ਨਹੀਂ ਕੀ ਹੋਏਗਾ, ਬੱਚੇ ਵੀ ਪਿੱਛੋਂ ਰੁੱਲ ਜਾਣਗੇ। ਇਸ ਸੀਆਈ ਦਾ ਵਾਕਿਆ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। अल्लाह ताला सब ते रहमत फरमाए, अल्लाह ताला सब अपने हिफ्ज़ो मान च रखे। अस्सलामु अलैकुम व रहमतुल्लाहि व बरकातहू।